ਕੰਮ ਬਹੁਤ ਅੱਛਾ ਹੈ। ਉਹਦੇ ਲਈ ਤੁਹਾਡੇ ਲਈ ਬੰਦਾ ਆਪਣੇ ਹੋਣੇ ਚਾਹੀਦੇ ਨੇ ਜ਼ਾਤੀ। ਸਹੀ ਹੈ। ਅਗਰ ਕੋਈ ਬੰਦੇ ਦੂਸਰੇ ਤੁਹਾਂ ਰੱਖੇ ਨੇ ਜ਼ਾਤੀ ਨਹੀਂ ਤੇ ਤੁਸੀਂ 1 ਸਾਲ ਤੋਂ ਬਾਅਦ ਮੇਰੇ ਹਿਸਾਬ ਦੇ ਨਾਲ ਤਜਰਬੇ ਨਾਲ ਨੱਸ ਜਾਓਗੇ। ਯਾਨੀ ਮੈਂ ਹੁਣ 10 ਡੰਗਰ ਰੱਖੇ ਨਾ ਤਾਜ਼ੇ ਤੋ ਵੇਖਦੇ 10 ਇੱਕ ਮੱਝ ਦੇ ਦੀ 10 ਕਿਲੋ ਦੁੱਧ ਵੀ ਤੇ ਉਹ 100 ਨਾ ਜ਼ਰਬ ਦੇਣ ਦੇ। ਲੇਕਿਨ ਉਹ ਇਹ ਚੀਜ਼ ਨਹੀਂ ਨਾ ਸੋਚਦੇ ਉਹ ਇਹਨੇ 6 ਮਹੀਨਿਆਂ ਤੋਂ ਬਾਅਦ ਦੱਸੇ ਜਦੋਂ ਨੱਸ ਜਾਂਦੇ ਦੁੱਧ ਨਾ ਦੇਣ ਦੇ ਐਵਰੇਜ ਘਟ ਜੇ ਦੀ ਦੁੱਧ ਦੀ ਤੇ ਹਰਚਾ ਹੋਈ ਰਹੇਦਾ ਤੇ ਇਸ ਵਜ੍ਹਾ ਤੋਂ ਨੱਸ ਜਾਂਦੇ। ਡੰਗਰ ਉਸ ਹਿਸਾਬ ਨਾਲ ਰੱਖਣੇ ਚਾਹੀਦੇ ਨੇ। ਅਗਰ ਤੁਹਾਡੇ ਕੋਲ 10 ਡੰਗਰ ਨੇ 5 ਤਾਜ਼ੇ ਹੋਣ ਤੇ 5 ਤਿਆਰ ਹੋਣ ਸੂਣ ਵਾਲੇ ਹੋਣ। ਜਿਹੜਾ ਬੰਦਾ ਤੁਹਾਡੇ ਮੁਤਾਬਿਕ ਪਹਿਲੇ ਤਜਰਬਾ ਕਰ ਲੇ, ਹਾਂਜੀ, ਕੰਮ ਨੂੰ ਸਮਝ ਜਾਏ, ਫਿਰ ਉਹਦੇ ਕਾਮਯਾਬ ਹੋਣ ਦੇ ਕਿੰਨੇ ਚਾਂਸਸ ਨੇ? ਫਿਰ ਉਹ 100% ਕਾਮਯਾਬ। ਜਿਹੜਾ ਬੰਦਾ ਪਹਿਲੇ ਤਜਰਬਾ ਕਰਕੇ ਕੰਮ ਨੂੰ ਸਮਝ ਲਾਏ। ਇਹ ਸਰ ਜੀ ਪੱਠੇ ਆਪਣੇ ਹੋਣ ਨਾ ਤੇ ਫਿਰ ਖਰਚਾ ਇਹਦਾ 300-400 ਤੇ ਜੇ ਪੱਠੇ ਮੁੱਲ ਲੈ ਕੇ ਪਾਣੇ ਨੇ ਹਰ ਚੀਜ਼ ਮੁੱਲ ਦੀ ਤੇ 500-600 ਲੱਭੇ ਦਾ 600 ਹੀ ਲਾਣੇ ਆ ਤੇ ਉਹ ਦਿੰਦੀ ਹੈ 12 ਕਿਲੋ ਵੀ ਦੁੱਧ 2 ਟਾਈਮ ਦਾ। ਠੀਕ ਹੈ। ਅਗਰ ਤੁਹਾਡਾ 100 ਜਾਂ 120 ਰੇਟ ਹੈ ਤੇ ਤੁਹਾਡਾ 1400-1500 ਰੁਪਇਆ ਉਹ ਦੇ ਦੀ ਬਚਤ ਤੇ ਉਹਦੇ ਵਿੱਚ 600 ਤੁਸੀਂ ਕੱਢ ਲਓ ਤੇ ਫਿਰ ਵੀ 700-800 ਰੁਪਇਆ ਉਹਦੀ ਬਚਤ ਆਈ ਦੀ। ਐਸਾ ਨਹੀਂ 5 ਡੰਗਰ ਰੱਖੇ ਨੇ ਤਾਜ਼ੇ ਤੇ ਉਹਨਾਂ ਦੀ ਐਵਰੇਜ ਜਿਹਨੂੰ ਤੁਸੀਂ ਕੱਢੋ ਤੇ ਮਹੀਨੇ ਦੀ ਤੇ ਤੁਹਾਨੂੰ ਤਕਰੀਬਨ लाख तो 1.25 लाख रुपया बच जाएगा। ठीक। अस्सलाम वालेकुम व्यूअर्स, आप देख रहे हैं बिजनेस इन्फो ऑफिशियल यूट्यूब चैनल। नाजरीन, आज की इस वीडियो में ये नौजवान फार्मर बफलो फार्मिंग करने के को फार्मिंग करने के गुर बता रहा है और ये वीडियो इंतहाई कीमती वीडियो है क्योंकि इसमें बड़ी ही नायाब बातें की जाने लगी हैं। ख़ास तौर पर वो लोग जो बफलो फार्मिंग करते हुए नाकाम हो जाते हैं, उनके नाकामी के सबब क्या क्या हो सकते हैं, आज की इस वीडियो में डिस्कस करेंगे। तो जल्दी से चैनल को करिएगा सब्सक्राइब, साथ में बेल आइकन को भी दबा दें ताकि जैसे ही वीडियो अपलोड होगी सबसे पहले आपको नोटिफिकेशन मिलेगा। तो आइए वीडियो शुरू करते हैं। अस्सलाम वालेकुम। वालेकुम सलाम जी। भाईजान की नाम है तुहाडा? राशिद। राशिद साहब किहड़ा पिंड है? गुलचंदर भाजी। गुलचंदर। राशिद साहब कितनी देर हो गई है ਤੁਹਾਨੂੰ ਡੰਗਰ ਰੱਖਦੇ ਆ? ਇਹ ਸਰ ਜੀ ਸਾਡਾ ਪੇਸ਼ਾ ਬਚਪਨ ਤੋਂ ਇਹ ਕੰਮ ਕਰੀਦਾ। ਮਾਸ਼ਾਅੱਲਾ। ਕੀ ਸਮਝਦੇ ਹੋ ਕਿ ਇਹ ਕੰਮ ਕੈਸਾ ਹੈ? ਕੰਮ ਬਿਲਕੁਲ ਜ਼ਬਰਦਸਤ ਹੈ, ਲੇਕਿਨ ਕੰਮ ਲਈ ਬੰਦੇ ਨੂੰ ਆਪੀ ਖੁਦ ਹੋਣਾ ਚਾਹੀਦਾ, ਕੰਮ ਦੇ ਉੱਤੇ ਮੁਲਾਜ਼ਮਾਂ ਤੇ ਨਹੀਂ ਛੱਡਣਾ ਚਾਹੀਦਾ। ਅੱਛਾ। ਹਾਂਜੀ। ਕਿੰਨੇ ਡੰਗਰਾਂ ਵਾਸਤੇ ਇੱਕ ਬੰਦਾ ਜਿਹੜਾ ਨਾ ਕਾਫੀ ਹੁੰਦਾ? 10 ਬੰਦੇ ਡੰਗਰਾਂ ਲਈ ਇੱਕ ਬੰਦਾ ਕਾਫੀ ਹੁੰਦਾ। ਵੈਸੇ ਤੇ ਤੁਸੀਂ ਜਿੰਨੇ ਮਰਜ਼ੀ ਉਹਦੇ ਜ਼ਲਾਲਤ ਹੁੰਦੀ ਹੈ, 10 ਡੰਗਰ ਹੋਣ ਤੇ ਇੱਕ ਬੰਦਾ ਹੋਣਾ ਚਾਹੀਦਾ। ਯਾਨੀ 20 ਮੱਝਾਂ ਨੇ ਤੇ 2 ਬੰਦੇ 30 ਨੇ ਤੇ 3। ਅੱਛਾ, ਜ਼ਬਰਦਸਤ। ਹਾਂਜੀ, ਫਿਰ ਕੰਮ ਸਹੀ ਚੱਲ ਜਾਏਗਾ। ਫਿਰ ਕੰਮ ਸਹੀ ਚੱਲ ਜਾਏਗਾ। ਇਸ ਕੰਮ ਨੂੰ ਤੁਸੀਂ ਕਿਹਦਾ ਸਮਝਦੇ ਹੋ ਕਿ ਤੁਹਾਡੀ ਨਜ਼ਰ ਦੇ ਵਿੱਚ ਕਿੰਨੇ ਨੰਬਰ ਦਵੋਗੇ 100 ਚੋਂ ਕਿੰਨੇ % ਨੂੰ ਕਹੋਗੇ ਜੀ ਇੰਨੇ ਫੀਸਦ ਕੰਮ ਹੈ? ਅੱਛਾ। ਇਹ ਸਰ ਜੀ ਅੱਛਾ ਤੇ ਬਹੁਤ ਹੈ, ਲੇਕਿਨ ਇਹਦੇ ਉੱਤੇ ਤੁਹਾਨੂੰ ਪਹਿਲੇ ਵੀ ਦੱਸਿਆ ਮਿਹਨਤ ਬਹੁਤ ਜ਼ਰੂਰੀ ਹੈ ਬੰਦੇ ਦਾ ਆਪੀ ਡੰਗਰਾਂ ਦੇ ਉੱਤੇ ਹੋਣਾ। ਕੰਮ ਬਹੁਤ ਅੱਛਾ ਹੈ, ਉਹਦੇ ਲਈ ਤੁਹਾਡੇ ਲਈ ਬੰਦਾ ਆਪਣੇ ਹੋਣੇ ਚਾਹੀਦੇ ਨੇ ਜ਼ਾਤੀ। ਸਹੀ ਹੈ। ਅਗਰ ਕੋਈ ਬੰਦੇ ਦੂਸਰੇ ਤੁਹਾਂ ਰੱਖੇ ਨੇ ਜ਼ਾਤੀ ਨਹੀਂ ਤੇ ਤੁਸੀਂ 1 ਸਾਲ ਤੋਂ ਬਾਅਦ ਮੇਰੇ ਹਿਸਾਬ ਦੇ ਨਾਲ ਤਜਰਬੇ ਨਾਲ ਨੱਸ ਜਾਓਗੇ ਇਸ ਕੰਮ ਦੇ। ਤੇ ਜਿਨ੍ਹਾਂ ਦੇ ਫਾਰਮ ਫਲਾਪ ਹੋ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਦੀ ਮੇਨ ਵਜ੍ਹਾ ਹੈ ਹੀ ਉਹਨਾਂ ਕੋਲ ਬੰਦੇ ਨਹੀਂ ਹੁੰਦੇ ਮਿਲਦੇ ਉਹਨਾਂ ਨੂੰ ਸਹੀ। ਇਸ ਕੰਮ ਲਈ ਮਿਹਨਤ ਹੈ ਤੇ ਥੋੜਾ ਜਿਹਾ ਸਬਰ ਕਰਨਾ ਪੈਂਦਾ। ਜਿਹੜੇ ਲੋਕੀ ਨੱਸ ਜਾਂਦੇ ਨੇ ਉਹ ਕਾਲੇ ਪੈ ਜਾਂਦੇ ਨੇ, ਯਾਨੀ ਰਾਤੋਂ ਰਾਤ ਜਿਹਨੂੰ ਆਂਦੇ ਨੇ ਅਮੀਰ ਹੋਣਾ ਚਾਹੁੰਦੇ। ਜ਼ਬਰਦਸਤ ਯਾਰ, ਬੜੀ ਅਹਿਮ ਗੱਲ ਦੱਸੀ ਹੈ ਕਿ ਇਸ ਕੰਮ 'ਚ ਸਬਰ ਵੀ ਚਾਹੀਦਾ, ਮਿਹਨਤ ਵੀ ਚਾਹੀਦੀ ਹੈ। ਮਿਹਨਤ ਵੀ ਚਾਹੀਦੀ ਹੈ। ਤੇ ਜਦੋਂ ਲੋਕ ਹਿਸਾਬ ਕਿਤਾਬ ਮਾਰਦੇ ਨੇ ਕਿ ਅੱਜ ਅਸੀਂ ਇੰਨੇ ਲਾ ਲਏ ਤੇ ਲੱਭੇ ਸਾਨੂੰ ਕੋਈ ਨਾ, ਤੇ ਫਿਰ ਉਹ ਕੰਮ ਵਿਗੜ ਜਾਂਦਾ। ਅਸਲ ਤੇ ਪਤਾ ਕੀ, ਜਿਹੜੇ ਲੋਕੀ ਫਾਰਮਿੰਗ ਦਾ ਕੰਮ ਸ਼ੁਰੂ ਕਰ ਦਿੰਦੇ ਨੇ ਵੈਸੇ ਹੀ, ਯਾਨੀ ਮੈਂ ਹੁਣ 10 ਡੰਗਰ ਰੱਖੇ ਨਾ ਤਾਜ਼ੇ ਤੋ ਵੇਖਦੇ 10 ਇੱਕ ਮੱਝ ਦੇ ਦੀ 10 ਕਿਲੋ ਦੁੱਧ ਵੀ ਤੇ ਉਹ 100 ਨਾ ਜ਼ਰਬ ਦੇਣ ਦੇ। ਲੇਕਿਨ ਉਹ ਇਹ ਚੀਜ਼ ਨਹੀਂ ਨਾ ਸੋਚਦੇ ਉਹ ਇਹਨੇ 6 ਮਹੀਨਿਆਂ ਤੋਂ ਬਾਅਦ ਦੱਸੇ ਜਦੋਂ ਨੱਸ ਜਾਂਦੇ ਦੁੱਧ ਨਾ ਦੇਣ ਦੇ ਐਵਰੇਜ ਘਟ ਜੇ ਦੀ ਦੁੱਧ ਦੀ ਤੇ ਹਰਚਾ ਹੋਈ ਰਹੇਦਾ ਤੇ ਇਸ ਵਜ੍ਹਾ ਤੋਂ ਨੱਸ ਜਾਂਦੇ। ਡੰਗਰ ਉਸ ਹਿਸਾਬ ਨਾਲ ਰੱਖਣੇ ਚਾਹੀਦੇ ਨੇ। ਅਗਰ ਤੁਹਾਡੇ ਕੋਲ 10 ਡੰਗਰ ਨੇ 5 ਤਾਜ਼ੇ ਹੋਣ ਤੇ 5 ਤਿਆਰ ਹੋਣ ਸੂਣ ਵਾਲੇ ਹੋਣ, ਯਾਨੀ ਵਕਫੇ ਦੇ ਨਾਲ। ਯਕਦਮ ਕੋਈ ਵੀ ਬੰਦਾ ਕੰਮ ਸ਼ੁਰੂ ਕਰਦਾ ਯਕਦਮ ਤਾਜ਼ੇ ਡੰਗਰ ਲੈ ਆਉਂਦਾ ਕਿ ਤੂੰ ਵੀ ਜਾ ਕੇ 2-4-5 ਮਹੀਨੇ ਤੇ ਦੁੱਧ ਦਿੰਦੇ ਨੇ। ਉਸ ਟਾਈਮ ਤੇ ਉਹਨਾਂ ਕੰਮ ਬੜਾ ਮਜ਼ੇਦਾਰ ਲੱਗਦਾ ਤੇ ਇੱਕ ਟਾਈਮ ਹੁੰਦਾ ਤੇ ਡੰਗਰ ਦੁੱਧ ਘਟਾ ਜਾਂਦੇ ਨੇ ਤੇ ਉਹ ਬੰਦੇ ਲਈ ਫਿਰ ਮੁਸੀਬਤ ਬਣ ਜਾਂਦੀ ਹੈ ਤੇ ਨੱਸ ਜਾਂਦੇ ਨੇ। ਤੇ ਕਿਸ ਤਰ੍ਹਾਂ ਫਿਰ ਤਰਤੀਬ ਲਾਈ ਜਾਏ, ਯਾਨੀ 6 ਮਹੀਨਿਆਂ ਬਾਅਦ ਹੋਰ ਡੰਗਰ ਪਾਲੇ ਜਾਣ? ਹਾਂਜੀ ਬਿਲਕੁਲ ਤਰਤੀਬ। ਕੋਈ ਵੀ ਬੰਦਾ ਨਵਾਂ ਕੰਮ ਕਰਨਾ ਚਾਹੁੰਦਾ ਹੈ ਨਾ ਸ਼ੁਰੂ, ਉਹਨੂੰ ਚਾਹੀਦਾ ਕਰੋ 10 ਡੰਗਰਾਂ ਦਾ ਕੰਮ ਉਹਦੇ ਜ਼ਿਹਨ ਵਿੱਚ ਤੇ ਉਹ ਪਹਿਲੇ ਲਿਆ ਕੇ 3-4 ਡੰਗਰ ਉੱਥੋਂ ਸ਼ੁਰੂ ਕਰੇ। ਸਹੀ ਹੈ। ਤਾਂ ਕਿ ਉਹਨੂੰ ਤਜਰਬਾ ਵੀ ਹੋ ਜਾਏਦਾ ਕੰਮ ਕੈਸਾ ਹੈ ਤੇ ਕੰਮ ਕਿਸ ਤਰ੍ਹਾਂ ਦਾ ਹੈ। ਤੇ ਜੇ ਯਕਦਮ 10 ਡੰਗਰ ਲੈ ਆਵੇ ਤਾਂ ਨਾ ਤੇ ਨੱਸ ਜਾਏਦਾ। ਇਹ ਤੁਹਾਨੂੰ ਅਸੀਂ ਪੱਕੀ ਗਰੰਟੀ ਸ਼ੁਦਾ ਗੱਲ ਦੱਸ ਦਿੰਦੇ ਹਾਂ। ਅੱਛਾ ਜੀ। ਹਾਂਜੀ, ਕੀ ਬਾਤ ਹੈ। ਯਾਨੀ ਕਿ 3 ਜਾਂ 4 ਡੰਗਰ ਲਾਏ ਤੇ ਲਹਿਰੀਆਂ ਮੱਝਾਂ ਲਿਆਏ, ਲਹਿਰੀਆਂ ਮੱਝਾਂ ਲਿਆਏ, ਉਹਨਾਂ ਤੋਂ ਪੈਸੇ ਕਮਾ ਕੇ ਤੇ ਫਿਰ ਮਜ਼ੀਦ 5-6 ਮਹੀਨਿਆਂ ਬਾਅਦ ਹੋਰ ਲਾਏ। ਉਹਨੂੰ ਮਜ਼ਾ ਆਏ ਉਸ ਹਿਸਾਬ ਨਾਲ ਕੰਮ ਨੂੰ ਸਮਝੇ ਤੇ 5-6 ਮਹੀਨੇ ਬਾਅਦ ਉਹ ਮੱਝਾਂ ਜਿਹੜੀਆਂ ਲਹਿਰੀਆਂ ਹੋ ਜਾਂਦੀਆਂ ਦੁੱਧ ਘਟਾ ਜਾਂਦੀਆਂ, ਕੋਈ ਅੱਗੋਂ ਗੱਭਣ ਹੋ ਜਾਂਦੀਆਂ ਤੇ ਇਸ ਤੋਂ ਬੇ ਉਹ ਫਿਰ ਤਾਜ਼ੀਆਂ ਪਾ ਲਏ 5-4 ਵਿੱਚ
ਬਹੁਤ ਸਾਰੇ ਲੋਕ ਸਾਨੂੰ ਕਹਿੰਦੇ ਨੇ ਕਿ ਇਹ ਜਿਹੜਾ ਕਾਰੋਬਾਰ ਹੈ ਇਹਦੇ ਵਿੱਚ 100% ਕਾਮਯਾਬੀ ਦੀ ਗਾਰੰਟੀ ਹੈ, ਤੁਸੀਂ ਕੀ ਕਹਿੰਦੇ ਹੋ? ਨਹੀਂ ਮੈਂ ਇਹ ਗੱਲ ਨੂੰ ਬਿਲਕੁਲ ਗਲਤ ਸਮਝਦਾ। ਉਹ ਕਹਿੰਦੇ ਨੇ ਜੀ ਅੱਜ ਅਗਰ ਤੁਸੀਂ ਡੰਗਰ ਲਿਆਂਦੇ ਨੇ ਕੱਲ ਤੁਸੀਂ ਪੈਸੇ ਕਮਾਉਣਾ ਸ਼ੁਰੂ ਕਰ ਦਿੰਦੇ ਹੋ, ਇਹਦੇ ਬਾਰੇ 'ਚ ਕੀ ਕਹਿੰਦੇ ਹੋ? ਗੱਲ ਤੇ ਬਿਲਕੁਲ ਸਰ ਜੀ ਇੰਝ ਹੈ। ਸਾਡਾ ਇੱਕ ਦੋਸਤ ਉਹਨੇ ਇੰਝ ਜਿਸ ਤਰ੍ਹਾਂ ਕਹਿ ਰਹੇ ਨੇ ਲੋਕੀ, ਤੁਹਾਨੂੰ ਮਿਸਾਲ ਦਿੰਨਾ, ਉਹਨੇ ਜਾ ਕੇ ਬਾਹਰ ਦੇ ਵਿੱਚੋਂ ਕੋਈ 10 ਮੱਝਾਂ ਤਾਜ਼ੀਆਂ ਲੈ ਆਂਦੀਆਂ, ਇਹ ਕੋਈ ਹੋ ਗਏ ਨੇ 4 ਮਹੀਨੇ। ਠੀਕ ਹੈ। ਅੱਜ ਉਹ ਪੋਜੀਸ਼ਨ ਹੈ, ਉਹ ਰੋ ਕੇ ਤੇ ਨਸਿਆ ਇਸ ਕੰਮ ਤੋਂ। ਅੱਛਾ। ਤੇ ਉਹਨੂੰ ਘਾਟਾ ਕਿੰਨਾ ਪਿਆ, ਅੱਗ ਸੋਚ ਦੁੱਧ ਕਿੰਨਾ ਕੁ ਵੇਚ ਲਿਆ, ਨੂੰ ਇਹ ਕੰਮ ਦੀ ਸਮਝ ਕੀ ਉਹਨੂੰ ਕੰਮ ਨਹੀਂ ਸਮਝ ਆਉਂਦੀ ਉਹਨੂੰ? ਨਹੀਂ, ਉਹਨੇ ਜਿਸ ਤਰ੍ਹਾਂ ਮੈਂ ਪਹਿਲੇ ਅਰਜ਼ ਕੀਤਾ ਨਾ, ਉਹਨੇ ਇਕੱਠੇ ਹੀ ਡੰਗਰ ਲੈਣ ਤਾਜ਼ੇ। ਅੱਛਾ। ਹੁਣ ਜਦੋਂ ਉਹਨਾਂ ਦੀ ਘਟ ਗਈ ਹੈ ਦੁੱਧ ਦੀ ਐਵਰੇਜ, ਤੇ ਖਰਚੇ ਉਸ ਤਰ੍ਹਾਂ ਹੀ ਨੇ, ਮੁਲਾਜ਼ਮਾਂ ਦੀਆਂ ਤਨਖਾਹਾਂ ਉਸ ਤਰ੍ਹਾਂ ਹੀ ਨੇ, ਪੱਠੇ ਉਹਦੇ ਮੁੱਲ ਦੇ ਹਨ, ਤੇ ਇਸ ਵਜ੍ਹਾ ਤੋਂ ਨਸ ਗਿਆ। ਸਹੀ ਹੈ। ਤੇ ਅਗਰ ਉਹਨੂੰ ਕੀ ਤੁਸੀਂ ਮਸ਼ਵਰਾ ਦਿੰਦੇ ਅਗਰ ਤੁਹਾਡੇ ਕੋਲ ਮਸ਼ਵਰਾ ਲੈਂਦਾ? ਤੇ ਮੇਰੇ ਕੋਲ ਮਸ਼ਵਰਾ ਲੈਂਦਾ ਤੇ ਮੈਨੂੰ ਇਹ ਦੱਸਦਾ, ਉਹਨੇ 10 ਡੰਗਰ ਲਿਆਂਦੇ ਨੇ ਤੇ 4 ਡੰਗਰ ਲਿਆ ਜਾਂ 5 ਮੱਝਾਂ। ਆਪੀ ਦਾ ਕਿ ਉਹਨੂੰ ਤਜਰਬਾ ਹੋ ਜਾਂਦਾ ਇਹਦੇ 'ਚ ਕੀ ਹਿਸਾਬ ਕਿਤਾਬ, ਕਿੰਨੇ ਪੱਠੇ ਚਾਹੀਦੇ ਨੇ ਡੰਗਰ ਖਾਂਦਾ ਇੱਕ ਟਾਈਮ ਦਾ, 5 ਡੰਗਰਾਂ ਦੀ ਐਵਰੇਜ ਕੱਢਦਾ। ਫਿਰ ਉਹ ਭਾਵੇਂ 50 ਡੰਗਰ ਰੱਖਦਾ, 60 ਰੱਖਦਾ, ਉਹਨੂੰ ਇਹ ਪਤਾ ਲੱਗ ਜਾਣਾ ਵੀ 5 ਡੰਗਰਾਂ ਦਾ ਇਹ ਖਰਚਾ ਹੈ, 10 ਰੱਖਾਂ ਦਾ ਤੇ ਇਹ ਖਰਚਾ, ਬੰਨਿਆਂ ਦਾ ਇਹ ਖਰਚਾ। ਸਹੀ ਹੈ। ਇੰਨੇ ਪੱਠੇ ਹੋਣੇ ਚਾਹੀਦੇ ਨੇ 10 ਡੰਗਰਾਂ ਲਈ 5, ਫਿਰ ਉਹਦੀ ਐਵਰੇਜ ਨਾ ਤੁਸੀਂ। ਜਿਹੜਾ ਬੰਦਾ ਤੁਹਾਡੇ ਮੁਤਾਬਿਕ ਪਹਿਲੇ ਤਜਰਬਾ ਕਰ ਲੇ, ਹਾਂਜੀ, ਕੰਮ ਨੂੰ ਸਮਝ ਜਾਏ, ਫਿਰ ਉਹਦੇ ਕਾਮਯਾਬ ਹੋਣ ਦੇ ਕਿੰਨੇ ਚਾਂਸਸ ਨੇ? ਫਿਰ ਉਹ 100% ਕਾਮਯਾਬ ਹੈ, ਜਿਹੜਾ ਬੰਦਾ ਪਹਿਲੇ ਤਜਰਬਾ ਕਰਕੇ ਕੰਮ ਨੂੰ ਸਮਝ ਲਾਏ। ਸਹੀ ਹੈ। ਯਾਨੀ ਯਕਦਮ ਵੱਡੀ ਛਾਲ ਤੁਹਾਡੀ ਨਜ਼ਰ 'ਚ ਨਾ ਮਾਰੇ? ਨਾ ਬਿਲਕੁਲ ਨਾ ਮਾਰੇ। ਤੁਹਾਡੀ ਨਜ਼ਰ ਦੇ ਵਿੱਚ ਇੱਕ ਮੱਝ, ਚੰਗੀ ਜਿਹੜੀ ਮੱਝ ਹੈ, ਜਿਹਨੂੰ ਅਸੀਂ 5 ਕਿਲੋ ਵੰਡਾ ਵੀ ਪਾਣਾ, ਪੱਠੇ ਵੀ ਰੱਜ ਕੇ ਪਾਣੇ ਨੇ, ਸਾਫ਼ ਸੁਥਰਾ ਰੱਖਣਾ, ਉਹਦਾ ਖਿਆਲ ਰੱਖਣਾ, ਉਹਨੂੰ ਮਿਰਚ ਮਸਾਲਾ ਵੀ ਦੇਣਾ, ਕਿੰਨਾ ਕੁ ਖਰਚਾ ਕਰਾਈ ਜਾਂਦੀ ਹੈ? ਇਹ ਸਰ ਜੀ ਪੱਠੇ ਆਪਣੇ ਹੋਣ ਨਾ ਤੇ ਫਿਰ ਖਰਚਾ ਇਹਦਾ 300-400, ਜੇ ਪੱਠੇ ਮੁੱਲ ਲੈ ਕੇ ਪਾਣੇ ਨੇ, ਹਰ ਚੀਜ਼ ਮੁੱਲ ਦੀ ਹੈ, ਤੇ 500-600। ਤੇ ਅਗਰ ਅਸੀਂ ਆਪਣੇ ਪੱਠੇ ਨੇ ਤੇ 300 ਲਾਣੇ ਆ, ਅਗਰ ਆਪਣੇ ਪੱਠੇ ਨਹੀਂ ਤੇ 600 ਲਾਣੇ ਆ। ਹਾਂਜੀ ਬਿਲਕੁਲ। 300 ਜਾਂ 600 ਲਾ ਕੇ ਤੇ ਸਾਨੂੰ ਉਸ ਮੱਝ ਕੋਲ ਲੱਭੇਗਾ ਕੀ? ਸਾਨੂੰ ਲੱਭੇਗਾ 600 ਹੀ ਲਾਣੇ ਆ, ਤੇ ਉਹ ਦਿੰਦੀ ਹੈ 12 ਕਿਲੋ ਵੀ ਦੁੱਧ 2 ਟਾਈਮ ਦਾ। ਠੀਕ ਹੈ। ਅਗਰ ਤੁਹਾਡਾ 100 ਜਾਂ 120 ਰੇਟ ਹੈ ਤੇ ਤੁਹਾਡਾ 1400-1500 ਰੁਪਇਆ ਉਹ ਦੇ ਦੀ ਬਚਤ, ਤੇ ਉਹਦੇ ਵਿੱਚੋਂ 600 ਤੁਸੀਂ ਕੱਢ ਲਓ ਤੇ ਫਿਰ ਵੀ 700-800 ਰੁਪਇਆ ਉਹਦੀ ਬਚਤ ਆਈ ਦੀ। ਐਸਾ ਨਹੀਂ 5 ਡੰਗਰ ਰੱਖੇ ਨੇ ਤਾਜ਼ੇ, ਤੇ ਉਹਨਾਂ ਦੀ ਐਵਰੇਜ ਜਿਹਨੂੰ ਤੁਸੀਂ ਕੱਢੋ ਤੇ ਮਹੀਨੇ ਦੀ, ਤੇ ਤੁਹਾਨੂੰ ਤਕਰੀਬਨ ਲੱਖ ਤੋਂ 1.25 ਲੱਖ ਰੁਪਇਆ ਬਚ ਜਾਏਗਾ। ਠੀਕ ਹੈ। ਖਰਚਾ ਕੱਢ ਕੇ। ਸਹੀ ਹੈ। ਜ਼ਬਰਦਸਤ। ਯਾਨੀ ਕਿ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਇਹਦੇ ਵਿੱਚ 50% ਜਿਹੜਾ ਵੇ ਉਹ ਖਰਚ ਆਈ ਜਾਂਦਾ ਹੈ? ਬਿਲਕੁਲ ਇਸ ਤਰ੍ਹਾਂ ਗੱਲ। ਤੇ ਜਦੋਂ ਮੱਝ ਦੁੱਧ ਘਟਾਉਣ ਲੱਗ ਪੈਂਦੀ ਹੈ ਤੇ ਫਿਰ ਇਹ ਇਨਕਮ ਵੀ ਘਟ ਜਾਂਦੀ ਹੈ? ਬਿਲਕੁਲ ਘਟ ਜਾਂਦੀ ਹੈ, ਲੇਕਿਨ ਉਹਦੇ ਵਿੱਚ ਇਹ ਵੀ ਅਸੀਂ ਜਿਹੜਾ ਲੋਕੀ ਇhtiyat ਨਹੀਂ ਕਰਦੇ, ਇਹਨਾਂ ਦੇ ਬੱਚੇ ਜਾਨਵਰ ਦਾ ਜਾਂ ਜਹਾਜ਼ ਜਿਹਨੂੰ ਕਹਿੰਦੇ ਨੇ, ਜੀ, ਉਹਨੂੰ ਸੰਭਾਲਣਾ ਮੇਰੀ ਨਜ਼ਰ ਦੇ ਵਿੱਚ ਤੇ ਆਪਣੇ ਤਜਰਬੇ ਦੇ ਨਾਲ ਬਹੁਤ ਜ਼ਰੂਰੀ ਹੈ। ਅੱਛਾ ਜੀ। ਯਾਨੀ ਜਦੋਂ ਦੁੱਧ ਦੀ ਐਵਰੇਜ ਘਟ ਜਾਂਦੀ ਹੈ ਤੇ ਜਿਹੜਾ ਡੰਗਰ ਬੱਚਾ ਤੋਂ ਸਾਂਭਿਆ ਦਾ ਪਿੱਛੇ ਜਾਏ, ਹੁਣ ਉਹ ਦੌਰ ਜਾ ਰਿਹਾ, ਤੁਹਾਨੂੰ ਵੀ ਪਤਾ, ਉਹ 30-40 ਹਜ਼ਾਰ ਦਾ ਜਿਹੜਾ ਘਾਟਾ ਉਹਨੇ ਜਿੰਨਾ ਦਿਨ ਲੈਣਾ 6 ਮਹੀਨੇ ਤੋਂ 1.5 ਸਾਲ ਦੇ ਦਰਮਿਆਨ, ਜਾਂ 6 ਮਹੀਨੇ 7 ਮਹੀਨੇ ਘੱਟ ਦੁੱਧ ਦੇਣਾ, ਉਹ ਤੁਹਾਡਾ ਜਾ ਵਿੱਚ ਕਵਰ ਕਰਕੇ ਤੇ ਬਿਹਤਰੀਨ ਮੁਨਾਫੇ ਦੇ ਵਿੱਚ ਸ਼ਾਮਲ ਹੋਈਏ। ਯਾਰ ਬੜੀ ਜ਼ਬਰਦਸਤ ਤੁਸੀਂ ਗੁਫ਼ਤਗੂ ਕਰ ਰਹੇ ਹੋ, ਬਹੁਤ ਮਜ਼ਾ ਆ ਰਿਹਾ, ਔਰ ਤੁਸੀਂ ਸਹੀ ਸਟੈਟਿਸਟਿਕਲੀ ਇਹਨਾਂ ਨੂੰ ਸਾਨੂੰ ਦੱਸ ਦਿਓ ਪਏ। ਜਾ ਜਿਹੜਾ ਵੀ ਕੁਝ ਲੋਕਾਂ ਦਾ ਮਰ ਜਾਂਦਾ ਹੈ, ਹਾਂਜੀ, ਉਹ ਕਿਉਂ ਮਰਦਾ, ਉਹਨਾਂ ਦਾ ਕੀ ਵਜੂਹਾਤ ਨੇ? ਸਰ ਜੀ ਜਾ ਮਰਨ ਦੀਆਂ ਵਜੂਹਾਤ ਇਹੋ ਹੀ ਨੇ, ਲੋਕੀ ਉਹਨਾਂ ਦੀ ਕੇਅਰ ਨਹੀਂ ਕਰਦੇ। ਕੇਅਰ ਕਿਸ ਤਰ੍ਹਾਂ ਕਰੀਏ? ਕੇਅਰ ਇਹਨਾਂ ਦੀ ਇਹ ਹੀ ਹੈ, ਜਦੋਂ ਜਾ ਛੋਟਾ ਹੁੰਦਾ ਉਹਦੇ ਛਿੱਕੀ ਮੂੰਹ ਨੂੰ ਚਾੜੋ, ਜਾਂ ਕੋਈ ਬੋਤਲ ਵਗੈਰਾ ਅੱਜ ਕੱਲ੍ਹ ਆ ਗਿਆ ਸਿਸਟਮ, ਉਹ ਕੱਢ ਕੇ ਤਾਂ ਕਿ ਮਿੱਟੀ ਜਾਂ ਰੋਡ ਨਾ ਖਾਣ। ਤੇ ਉਹਨੂੰ ਜਦੋਂ 12-20 ਜਾਂ 22 ਦਿਨ ਤੋਂ ਬਾਅਦ ਉਹਨੂੰ ਇੱਕ ਮੈਡੀਕਲ ਤੋਂ ਦਵਾਈ ਮਿਲਦੀ ਹੈ, ਨਿਲ ਜਾਣੀਆਂ ਵੈਸਾ ਮਲੱਪਾਂ ਦੀ, ਤੁਸੀਂ ਕਹਿ ਜਾ ਕੇ ਲੈ ਲਓ, ਤੇ ਉਹ ਮਿੱਟੀ ਛਿੱਟੀ ਖਾਧੀ ਹੁੰਦੀ, ਉਹ ਗੰਦ ਸੁੱਟ ਦੇਦਾ ਤੇ ਬਚ ਜਾਏਦਾ, ਤੇ ਦੁੱਧ ਉਹਨੂੰ ਛੱਡੀ ਜਾ 2 ਮਹੀਨੇ ਸਹੀ। ਕਿੰਨੇ ਥਣ ਉਹਦੇ ਵਾਸਤੇ ਰਿਜ਼ਰਵ ਕਰ ਛੜੀਏ ਜਾ ਵਾਸਤੇ, ਕਿ ਕਿੰਨੇ ਥਣ ਚੁੰਗੇ ਹੋ? 2 ਥਣ ਪਹਿਲੇ 2 ਮਹੀਨੇ, ਉਹਦੇ ਬਾਅਦ ਤੁਸੀਂ ਨਾ ਵੀ ਦੁੱਧ ਪਿਲਾਓ, ਪੱਠੇ ਛੱਟੇ ਥੜੀ ਆਉਂਦੇ ਨੇ ਪੰਜਾਬੀ ਵਿੱਚ ਬਣ ਜਾਂਦਾ, ਫਿਰ ਉਹਦੀ ਕੋਈ ਟੈਨਸ਼ਨ ਨਹੀਂ। ਉਹ 6 ਮਹੀਨੇ ਦੇ ਵਿੱਚ ਜਾਂ ਤੁਹਾਡਾ ਜਦੋਂ ਬਾਅਦ ਚ ਦੁੱਧ ਦੀ ਐਵਰੇਜ ਘਟ ਜੇ ਦੀ ਨਾ, ਤਾਂ ਸਾਰੀ ਕਸਰ ਪੂਰੀ ਕਰ ਜੇ ਦਾ ਪੱਠਿਆਂ ਦੀ ਵੀ, ਦੁੱਧ ਕੱਟੇ ਦੀ। ਇਹ ਗੱਲ ਤੁਸੀਂ ਕੱਟੇ ਦੀ ਕਰ ਰਹੇ ਹੋ ਜਾਂ ਕੱਟੀ ਦੀ? ਜਿਹੜੇ ਮਰਜ਼ੀ ਹੋਏ, ਕੱਟੀ ਵੀ ਹੋਏ। ਅੱਜ ਕੱਲ੍ਹ ਫੰਡਰ ਦੀ ਇੰਤਜ਼ਾਮਾਂ ਦੀ ਇੰਨੀ ਕੁ ਮਾਰਕੀਟ, ਇਹਨਾਂ ਤੁਸੀਂ ਜਿਸ ਟਾਈਮ ਮਰਜ਼ੀ ਚਾਹੋ ਸੇਲ ਕਰ ਸਕਦੇ ਹੋ। ਯਾਨੀ ਸਾਲ ਦਾ ਜਾਨਵਰ ਇਹਨਾਂ ਸਾਲ ਮੈਂ ਹੀ ਦੁੱਧ ਦਿੰਦੀ ਹੈ ਟਿਕ ਕੇ, ਕੋਈ ਵੀ ਜਾਨਵਰ, ਤੇ ਉਹ ਸਾਲ ਬਾਅਦ ਤੁਹਾਡਾ 25 ਤੋਂ 28-30 ਹਜ਼ਾਰ ਦੇ ਅੰਦਰ ਵਿਕ ਜਾਂਦਾ। ਹੁਣ ਤੁਸੀਂ ਬਿਲਕੁਲ ਸੱਚੀਆਂ ਸੁਥਰੀਆਂ ਤੇ ਖਰੀਆਂ ਗੱਲਾਂ ਕਰ ਰਹੇ ਹੋ। ਜੀ ਜੀ ਬਿਲਕੁਲ। ਇਹ ਦੱਸੋ ਕਿ ਇੱਕ ਮੱਝ ਜਿਹੜੀ ਹੈ ਉਹ ਅਗਰ 10 ਕਿਲੋ ਦੁੱਧ ਦਿੰਦੀ ਹੈ ਐਵਰੇਜ, ਹਾਂਜੀ ਠੀਕ ਹੈ, ਕਿੰਨੇ ਮਹੀਨੇ ਤੱਕ ਉਹ 10 ਕਿਲੋ ਦੁੱਧ ਦਿੰਦੀ ਰਹਿੰਦੀ ਹੈ? ਇਹ ਸਰ ਜੀ ਕੋਈ ਸੇਵਾ ਤੇ ਵੀ ਹੁੰਦਾ, ਜਿਹੜਾ ਬੰਦਾ ਵੰਡਾ ਪਾਉਂਦਾ ਰਹਿੰਦਾ ਨਾ, ਤੇ ਡੰਗਰ ਰੱਖੇ ਨੇ, ਸੇਵਾ ਦਾ ਮੇਵਾ ਸਿਆਣੇ ਲੋਕੀਆਂ ਦੇ, ਤੇ ਗੱਲ ਬਿਲਕੁਲ ਹੀ ਇੰਝ। ਸਹੀ ਹੈ। ਇੱਥੇ ਤੁਸੀਂ ਕਿਤੇ ਵੀ ਪੁੱਛ ਸਕਦੇ ਹੋ, ਡੰਗਰ ਦੀ ਬਜ਼ਾਤੇ ਖੁਦ ਇਸ ਤਰ੍ਹਾਂ ਕੇਅਰ ਕਰਨੀ ਚਾਹੀਦੀ ਜਿਸ ਤਰ੍ਹਾਂ ਸਾਨੂੰ ਹਰ ਚੀਜ਼ ਦੀ ਜ਼ਰੂਰਤ ਖਾਣ ਲੱਗਿਆ। ਠੀਕ ਹੈ। ਜਗ੍ਹਾ ਵੀ ਸਾਫ਼, ਹਰ ਚੀਜ਼ ਖਾਣ ਪੀਣ ਦਾ, ਮਿਰਚ ਮਸਾਲੇ ਦਾ, ਤੇ ਕਮ ਸੇ ਕਮ ਸਾਲ ਔਰ ਮੱਝ ਟਿਕ ਕੇ ਦੁੱਧ ਦੇ ਦੀ, ਕੋਈ ਟੈਨਸ਼ਨ ਨਹੀਂ। ਸਹੀ ਹੈ। ਯਾਨੀ ਸਾਲ ਤੱਕ ਦੁੱਧ ਨਹੀਂ ਘਟਾਏਗੀ? ਦੁੱਧ ਨਹੀਂ ਘਟਾਏਗੀ।
ਤੁਸੀਂ ਇਹ ਦੱਸਣਾ ਹੈ ਕਿ ਮੱਝ ਜਿਹੜੀ ਹੈ ਉਹ ਸੂਣ ਤੋਂ ਬਾਅਦ ਕਿੰਨਿਆਂ ਮਹੀਨਿਆਂ ਬਾਅਦ ਉਹ ਬਣ ਜਾਂਦੀ ਹੈ? ਇਹ ਸਰ ਜੀ ਮੈਂ ਤੁਹਾਨੂੰ ਇੱਕ ਇਹਦਾ ਕੁਲੀਆ ਦੱਸ ਦਿੰਨਾ ਆਪਣੇ ਮਾਂ ਦੇ ਉੱਤੇ। ਨਾ ਬਣਵਾਉਣਾ ਚਾਹੇ ਤੇ ਬੰਦਾ, ਇਹ ਤੇ ਚਲੋ ਰੱਬੀ ਕੰਮ ਹੈ, ਲੇਕਿਨ ਬੰਦੇ ਦੇ ਹੱਥ ਵੱਸ ਹੈ ਹੀ ਹੈ। ਉਹਨੂੰ ਜਿਸ ਗਰਮੀਆਂ ਨੇ ਤੇ ਉਹਨੂੰ ਤੇਲ ਦਵੋ, ਅਗਰ ਸਰਦੀਆਂ ਨੇ ਤਾਂ ਉਹਨੂੰ ਸੁੱਕੀ ਖਲ ਪਾਓ 1 ਬੋਰੀ, ਯਾਨੀ 50 ਕਿਲੋ ਦਾ ਤੋੜਾ ਰੋਜ਼ ਦੀ 2-3 ਕਿਲੋ ਪਾਓ ਤੇ ਇਨਸ਼ਾਅੱਲਾ ਸੂਣ ਤੋਂ ਬਾਅਦ 3 ਮਹੀਨਿਆਂ ਬਾਅਦ ਬਣ ਜਾਏਗੀ। ਅੱਛਾ, ਜਿਹੜਾ ਤੁਸੀਂ ਤੇਲ ਦੱਸ ਰਹੇ ਹੋ ਉਹ ਕਿਸ ਤਰ੍ਹਾਂ ਦੇਣਾ ਉਹਨਾਂ ਨੂੰ, ਔਰ ਕਿੰਨੀ ਵਾਰੀ ਦੇਣਾ? ਉਹ ਸਰ ਜੀ ਤੁਹਾਂ ਤੇਲ ਡੇਲੀ ਦਾ ਪਾ ਦੇ ਦੇਣਾ ਇਹਨੂੰ। ਕਿੰਨੇ ਦਿਨ ਤੱਕ? ਉਹ ਤਕਰੀਬਨ ਤੁਸੀਂ 5 ਕਿਲੋ ਤੇਲ ਉਹਨੂੰ ਦੇਣਾ, ਵਧੀਆ ਐਵਰੇਜ ਵੇਲੋ ਜਿਸ ਤਰ੍ਹਾਂ ਬਣਦਾ ਪਾ 5 ਕਿਲੋ ਦੇਣਾ, ਯਾਨੀ ਭਾਵੇਂ ਇੱਕ ਦਿਨ ਛੱਡ ਕੇ ਇੱਕ ਦਿਨ ਦੇ ਲਈਏ ਤੇ ਭਾਵੇਂ ਡੇਲੀ ਦੇ ਲਈਏ। ਇਹ ਸੂਣ ਤੋਂ ਕਿੰਨੇ ਮਹੀਨੇ ਬਾਅਦ ਦੇਣਾ? ਇਹ ਸੂਣ ਤੋਂ 2 ਮਹੀਨੇ ਤੋਂ ਬਾਅਦ ਤੁਸੀਂ ਸ਼ੁਰੂ ਕਰਨਾ, ਅਗਰ ਗਰਮੀਆਂ ਨੇ ਤਾਂ ਫੇਰ ਠੀਕ ਹੈ। ਸਰੋਂ ਦਾ ਤੇਲ ਕਹਿ ਰਹੇ ਹੋ? ਹਾਂਜੀ। ਔਰ ਅਗਰ ਸਰਦੀਆਂ ਨੇ ਤੇ ਉਹ ਖਲ ਜਿਹੜੀ ਹੈ ਉਹ ਵੀ ਸੂਣ ਤੋਂ 2 ਮਹੀਨੇ ਬਾਅਦ ਪਾਣੀ ਸ਼ੁਰੂ ਕਰ ਦੇਣੀ? ਨਹੀਂ, ਖਲ ਦੀ ਕੋਈ ਟੈਨ, ਜਦੋਂ ਜਾਂ 8 ਸੁੱਟ ਜਾਏ ਅੱਛਾ, ਉਹੀ ਤੇ 8 ਤੋਂ ਪਹਿਲੇ ਦਵੋ, ਲੇਕਿਨ ਜਦੋਂ 8 ਸੁੱਟ ਜੇ ਫੇਰ ਸ਼ੁਰੂ ਕਰ ਦਿਓ ਸਰਦੀ ਚ। ਅੱਛਾ, ਕੁਛ ਤੁਸੀਂ ਬੜੀ ਅਹਿਮ ਗੱਲ ਦੱਸ ਰਹੇ ਹੋ ਸਾਨੂੰ, ਬੜੀਆਂ ਜ਼ਬਰਦਸਤ ਗੱਲਾਂ ਨੇ। ਕੁਛ ਇਲਾਜ ਤੁਹਾਡੇ ਕੋਲ ਦੇਸੀ ਅਸੀਂ ਪੁੱਛਣਾ ਚਾਹੁੰਦੇ ਹਾਂ। ਹਾਂਜੀ ਬਿਲਕੁਲ। ਅਗਰ ਮੱਝ ਜਿਓਰ ਨਾ ਸੁੱਟੇ ਜਾਂ ਆਟਾ ਨਾ ਸੁੱਟੇ ਉਹਦਾ ਕੀ ਇਲਾਜ ਕਰਦੇ ਹੋ? ਸਰ ਜੀ ਤੁਹਾਨੂੰ ਬੜਾ ਬਿਹਤਰੀਨ ਫਾਰਮੂਲਾ ਦੱਸ ਦਿੰਦੇ ਆ ਜ਼ੋਰ ਨਾਲ ਮੱਝ ਸੁੱਟੇ ਤੇ ਜੀ। ਟੀਕਾ ਨਹੀਂ ਹੁੰਦਾ ਜਿਹੜਾ ਮੱਝ ਨੂੰ ਪਸਮਾਨ ਲਈ ਲਾਈਦਾ ਚੋਣ ਲਈ, ਬਿਲਕੁਲ। ਉਹ ਤੁਸੀਂ ਤਕਰੀਬਨ 7 ਜਾਂ 8 ਸੀਸੀ ਲਾ ਦਿਓ, ਠੀਕ ਹੈ, ਤੇ ਮੱਝ ਜ਼ੋਰ ਸੁੱਟ ਜੇ ਦੀ। ਇਹ ਬੜੇ ਕਾਰੀਗਰ ਜਿਹੜੇ ਨੇ ਉਹ ਵੀ ਤੁਹਾਨੂੰ ਦੱਸਣ ਦੇ, ਲੇਕਿਨ ਤੁਹਾਨੂੰ ਅਸੀਂ ਦੱਸ ਦਿੰਨੇ ਆ। ਇਹ ਗਾਰੰਟੀ ਵਾਲਾ ਫਾਰਮੂਲਾ? ਗਾਰੰਟੀ ਵਾਲਾ। ਆਪੀ ਵੀ ਅਜ਼ਮਾਇਆ? ਹਾਂਜੀ, ਆਪੀ ਵੀ ਅਜ਼ਮਾਇਆ। ਤੇ ਆਟਾ ਵੀ ਇਹਦੇ ਨਾਲ ਹੀ ਸੁੱਟ ਦੇਗੀ? ਨਹੀਂ, ਆਟਾ ਵਾਲਾ ਹੋ ਰਿਹਾ। ਆਟਾ ਨਹੀਂ, ਤੁਸੀਂ ਲਵੋ ਅੱਧਾ ਕਿਲੋ ਗੁੜ, ਅੱਛਾ, ਤੇ 2 ਕਿਲੋ ਚੋਕਰ ਤੇ 2 ਕਿਲੋ ਦੁੱਧ। ਅੱਧਾ ਕਿਲੋ ਗੁੜ, 2 ਕਿਲੋ ਚੋਕਰ, 2 ਕਿਲੋ ਦੁੱਧ। ਮੱਝ ਦਾ ਹੀ? ਮੱਝ ਦਾ ਜਿਹੜਾ ਵੀ ਡੰਗਰ ਹੈ ਅੱਛਾ, ਉਹਦਾ ਹੀ ਲੈਣਾ? ਮੱਝ ਜਾਂ ਗਾਂ ਹੀ ਹੈ। ਹਾਂਜੀ, ਦੁੱਧ ਵੀ ਉਹਦਾ ਹੀ ਲੈਣਾ? ਦੁੱਧ ਵੀ ਉਹਦਾ ਹੀ ਲੈਣਾ, ਠੀਕ ਹੈ। ਤੇ ਤੁਹਾਂ ਇਹ ਤਕਰੀਬਨ 2 ਤੋਂ 3 ਦਿਨ ਦੇਣਾ ਸ਼ਾਮ ਨੂੰ, ਤੇ ਇਨਸ਼ਾਅੱਲਾ ਤਾਲਾ ਤੁਸੀਂ ਆਪੀ ਰਿਜ਼ਲਟ ਵੇਖ ਲਓ। ਅੱਛਾ ਜੀ, ਇਹ ਵੀ ਆਜ਼ਮੂਦਾ ਕੰਮ ਹੈ? ਆਜ਼ਮੂਦਾ, ਬਿਲਕੁਲ ਕਨਫਰਮ। ਕੀ ਬਾਤ ਹੈ, ਜ਼ਬਰਦਸਤ ਹੋ ਗਿਆ। ਕੁਝ ਲੋਕ ਕਹਿੰਦੇ ਨੇ ਕਿ ਮੱਝ ਨੂੰ ਜਾਂ ਗਾਂ ਨੂੰ ਉਹਦਾ ਹੀ ਦੁੱਧ ਦਈਏ ਤੇ ਮੱਝ ਬਹਿ ਜਾਂਦੀ ਹੈ, ਤੁਸੀਂ ਕੀ ਆਂਦੇ ਹੋ? ਨਹੀਂ, ਇਹ ਬਿਲਕੁਲ ਝੂਠ ਹੈ, ਇਹਦੇ ਵਿੱਚ ਕੋਈ ਸੱਚਾਈ ਨਹੀਂ। ਦੁੱਧ ਜਿੰਨਾ ਅਸਲ ਦੇ ਜਿਹੜਾ ਵੀ ਡੰਗਰ ਹੈ, ਭਾਵੇਂ ਜਿੰਨੇ ਵੀ ਸੂਬੇ ਵੇ, ਉਹਨੂੰ 5 ਤੋਂ 6 ਦਾ ਦੁੱਧ ਦੇਣਾ ਚਾਹੀਦਾ। ਉਹਦਾ ਆਪਣਾ ਉਹ ਦੁੱਧ ਨੂੰ ਖੁੱਲ ਜੇ ਇਹਦਾ ਜੀ। ਸਾਡੇ ਤਜਰਬੇ ਦੇ ਨਾਲ ਦੇ ਲੋਕੀ ਕਹਿਣ ਨੂੰ ਤੇ ਆਹ ਵੇਖਿਆ, ਬੜੇ ਚੈਨਲ ਵੀ ਵੇਖੇ ਨੇ, ਝੂਠ ਮਾਰਦੇ ਨੇ ਜੀ। 18 ਕਿਲੋ ਦਿੰਦੀ ਹੈ, ਕੋਈ 20 ਕਿਲੋ, ਕੋਈ 22 ਕਿਲੋ, ਕੋਈ 15 ਕਿਲੋ, ਲੇਕਿਨ ਮੱਝ ਜਿਹੜੀ ਫੰਨੇ ਹਾਂ ਮੱਝ ਹੈ ਨਾ, ਉਹ 12-13 ਕਿਲੋ, ਤੇ ਜਿਹੜੀਆਂ ਦੇਸੀ ਨਾਮ ਕਹਿੰਦੇ ਨੇ ਉਹ 7-8 ਕਿਲੋ ਦੁੱਧ ਦਿੰਦੀ ਹੈ। ਸਹੀ ਹੈ। ਤੇ ਕੁਝ ਮੱਝਾਂ ਤੇ ਲੋਕ ਵਾਕਈ ਵਹਾਉਂਦੇ ਵੀ ਨੇ ਜਿਹੜੇ 20 ਕਿਲੋ ਕਰਦੀਆਂ ਨੇ, ਉਹਦੇ ਬਾਰੇ ਤੁਹਾਡਾ ਕੀ ਖਿਆਲ? ਉਹ ਮੱਝਾਂ ਬਹੁਤ ਘੱਟ ਨੇ, ਹੁੰਦੇ ਨੇ ਜਾਨਵਰ ਵਿੱਚ ਉਹ, ਲੇਕਿਨ ਘੱਟ ਨੇ। ਯਾਨੀ ਘੱਟ ਨੇ, ਯਾਨੀ ਐਸਾ ਹੀ ਨੇ? ਇਹ ਬਿਲਕੁਲ ਹੈ ਨੇ, ਲੇਕਿਨ ਉਹ ਬਹੁਤ ਘੱਟ ਨੇ, ਜਿਵੇਂ 100 ਚ ਚੰਦ ਜਾਨਵਰ। ਅੱਛਾ ਰਸ਼ਦ ਭਾਈ, ਇਹ ਦੱਸਿਓ ਕਿ ਵੰਡਾ ਤੁਹਾਡੀ ਨਜ਼ਰ 'ਚ ਸਭ ਤੋਂ ਅੱਛਾ ਵੰਡਾ ਕਿਹੜਾ ਹੈ? ਸਰ ਜੀ ਸਭ ਤੋਂ ਅੱਛਾ ਵੰਡਾ ਹੈ, ਉਂਝ ਤੇ ਬੜੇ ਲੋਕੀ ਮੰਨਦੇ ਨੇ, ਕੋਈ ਆਂਦਾ ਖਾਲ ਪਾਓ ਜਾਂ ਕੋਈ ਵੰਡੇ 2-3 ਮਿਕਸ। ਇੱਕ ਤਾਂ ਸੁੱਕੀਆਂ ਰੋਟੀਆਂ ਮਿਲਦੀਆਂ ਨੇ, ਜਿੱਡਾ ਮਰਜ਼ੀ ਮੱਠਾ ਡੰਗਰ ਹੈ ਤੁਸੀਂ ਉਹਨੂੰ ਪਾਓ, ਸੁੱਕੀਆਂ ਰੋਟੀਆਂ ਤੇ ਖਾਲ। ਹਾਂ, ਖਾਲ ਕਿਹੜੀ? ਕੌੜੀਆਂ ਦੂਜੀ? ਗਰਮੀਆਂ ਵਿੱਚ ਕੋੜੀ ਤੇ ਸਰਦੀਆਂ ਵਿੱਚ ਦੂਜੀ। ਠੀਕ ਹੈ, ਪਾਓ ਤੇ ਇਨਸ਼ਾਅੱਲਾ ਸਾਰੇ ਵੰਡੇ ਜਿੰਨੇ ਵੀ ਨੇ ਉਹਨਾਂ ਕੱਟ ਜੇ। ਮਿਕਦਾਰ ਕੀ ਹੋਣੀ ਚਾਹੀਦੀ? ਮਿਕਦਾਰ ਹੋਣੀ ਚਾਹੀਦੀ 2 ਕਿਲੋ ਰੋਟੀਆਂ, 2 ਕਿਲੋ ਖਲ, ਤੇ 2 ਕਿਲੋ ਜੇ ਗਰਮੀਆਂ ਨੇ ਤੇ ਵਿੱਚ ਉਹ ਪਾ ਲਓ ਦਾਲਾ ਕਣਕ ਦਾ, ਸਰਦੀਆਂ ਨੇ ਤੇ ਖਲ ਪਾ ਲਓ, ਤੇ ਵਿੱਚ ਹੋਰ ਕੋਈ ਵੰਡਾ ਤੁਸੀਂ ਜਿਹੜਾ ਸੂਰੀ ਵਗੈਰਾ ਪਾ ਲਓ। ਠੀਕ ਹੈ। ਤੇ ਇਹ ਭੇ ਕੇ ਗਰਮੀਆਂ ਦੇ ਵਿੱਚ ਤੇ ਸਰਦੀਆਂ ਸੁੱਕਾ? ਨਹੀਂ, ਇਹ ਪਾਣਾ ਭੇ ਕੇ ਹੀ ਹੈ ਬਸ। ਜਦੋਂ ਫੁੱਲ ਸਰਦੀ ਹੋਣੀ ਹੈ, ਮਹੀਨਾ ਡੇਢ, ਕੱਕਰ ਸ਼ੱਕਰ ਪੈਂਦੇ ਹੁਣ, ਉਦੋਂ ਇਹ ਭੇ ਕੇ ਨਹੀਂ ਪਾਣੀ, ਨਹੀਂ ਤੈਨੂੰ ਭੇ ਕੇ ਹੀ ਪਾਣਾ। ਇਹਦਾ ਰਿਜ਼ਲਟ ਤੁਸੀਂ ਆਪ ਹੀ ਵੇਖਿਆ? ਇਹਦਾ ਰਿਜ਼ਲਟ ਅਸੀਂ ਹੁਣ ਵੀ ਇਸਤੇਮਾਲ ਉਹੀ ਕਰ ਰਹੇ ਹਾਂ। ਕੁਝ ਲੋਕ ਕਹਿੰਦੇ ਨੇ ਰੋਟੀਆਂ ਜਿਹੜੀਆਂ ਨੇ ਉਹ ਨੁਕਸਾਨਦੇਹ ਹੁੰਦੀਆਂ ਨੇ ਡੰਗਰਾਂ ਦੇ 2 ਹਵਾਲੇ ਨਾਲ। ਇੱਕ ਤੇ ਉਹਨਾਂ ਵਿੱਚ ਉੱਲੀ ਲੱਗੀ ਹੁੰਦੀ ਹੈ, ਕੁਝ ਇਹ ਲੈਂਦੇ ਨੇ ਜਿਹੜੇ ਫੇਰੀ ਵਾਲੇ ਇਹਨਾਂ ਕੋਲ ਰੋਟੀਆਂ ਲੈਂਦੇ ਨੇ, ਉਹ ਵਿੱਚ ਆ ਜਾਂਦਾ ਸੂਈਆਂ ਵਗੈਰਾ, ਲੋਹਾ ਵਗੈਰਾ ਆ ਜਾਂਦਾ। ਇਸ ਹਵਾਲੇ ਨਾਲ ਨੁਕਸਾਨਦੇਹ ਵੇ। ਦੂਸਰਾ ਨੁਕਸਾਨ ਹੈ ਕਿ ਇਹਦੇ ਨਾਲ ਚੰਦਰੀ ਹੋ ਜਾਂਦੀ ਹੈ, ਤੁਸੀਂ ਕੀ ਆਂਦੇ ਹੋ? ਨਹੀਂ, ਉਹ ਜਿਹੜੀ ਪਹਿਲੀ ਤੋਂ ਗੱਲ ਕੀਤੀ ਹੈ ਨਾ, ਵਾਕਈ ਉਹਦਾ ਨੁਕਸਾਨ ਹੈ, ਲੇਕਿਨ ਰੋਟੀਆਂ ਤੁਸੀਂ ਕਿਤੋਂ ਵੀ ਲੈਂਦੇ ਹੋ 5 ਰੁਪਏ ਜ਼ਿਆਦਾ ਦੇਵੋ। ਯਾਨੀ ਅਗਰ ਰੋਟੀਆਂ ਦਾ ਦੇ ਰਹੇ 30 ਰੁਪਏ, ਤੁਸੀਂ 35 ਦੇ ਕੇ ਲਵੋ, ਲੇਕਿਨ ਰੋਟੀਆਂ ਵਿੱਚ ਚੁਣ ਕੇ ਲਵੋ, ਖੋਲ ਕੇ ਤੇ ਸਾਫ਼ ਰੋਟੀਆਂ। ਜਿਹੜੀ ਨੂੰ ਉੱਲੀ ਲੱਗੀ ਉਹਨੂੰ ਤੁਸੀਂ ਸਾਈਡ ਤੇ ਕਰ ਦਿਓ। ਸਹੀ ਹੈ। ਉਹਨਾਂ ਦੇ ਪੈਸੇ ਤੁਸੀਂ 5 ਰੁਪਏ ਵੱਧ ਭਰ ਸਕਦੇ ਹੋ, ਤੇ ਲੇਕਿਨ ਜਿਹੜਾ ਚੰਦਰੀ ਦਾ ਉਹ ਅਸੀਂ ਅਲਹਮਦੁਲਿਲਾ ਪਾ ਰਹੇ ਹਾਂ ਬਹੁਤ ਦੇਰ ਤੋਂ, ਉਹਦਾ ਕੋਈ ਹਾਂ ਤੇ ਵੇਖਿਆ ਨਹੀਂ ਨੁਕਸਾਨ। ਬਹੁਤ ਸ਼ੁਕਰੀਆ, ਤੁਸੀਂ ਬੜੀ ਮੁਫੀਦ ਗੱਲਬਾਤ ਸਾਨੂੰ ਸੁਣਾਈ ਹੈ। ਜਜ਼ਾਕੱਲਾ, ਅਸਲਾਮ ਅਲੈਕੁਮ। ਵਾਲੇਕੁਮ।